श्री नानक पद पंकज बंदन, सिमरो अंगद दोख निकंदन। अमरदास गुर हृदय ध्यावो, श्री गुरु रामदास गुण गावो। श्री अर्जन विघ्नन के नासक, हर गोबिंद शुभ सुमत पर कासक। श्री हर राय नमो कर जोरी, श्री हर कृष्ण मनाए बहोरी। तेग बहादुर परम कृपाला, श्री गुरु गोबिंद सिंह विसाला। तरੋਂ ਤਰਾ पर पुन पुन सीसा, बंदो बार बार जगतीसा। गुरु नानक पर सोतमं परम पुरावर नाथ, जुगल चरण मम बंदना। धर पार धर कार माथ, जुगल चरण मम बंदना। धर पार धर कार माथ। परम सन्मानयोग सतगुरां दी साजी निवाजी गुरु प्यारी गुरु रूप खालसा साध संगत जीओ। ਵੱਡਿਆਂ ਭਾਗਾਂ ਵਾਲੇ ਹਾਂ ਜੋ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਵੇਲੇ ਦੇ ਸਜੇ ਹੋਏ ਦੀਵਾਨਾਂ ਅੰਦਰ ਪ੍ਰੇਮ ਸਹਿਤ ਹਾਜ਼ਰੀ ਭਰਦਿਆਂ ਹੋਇਆਂ ਸੋਦਾਰ ਰਹਿਰਾਸ ਸਾਹਿਬ ਜੀ ਦੇ ਪਾਠ ਸ਼ਰਵਣ ਕੀਤੇ ਹਨ। ਗੁਰੂ ਚਰਨਾਂ ਅੰਦਰ ਜੁੜ ਕਰਕੇ ਅਰਦਾਸ ਬੇਨਤੀ ਜੋਦਰੀ ਕੀਤੀ ਹੈ। ਸਤਿਗੁਰਾਂ ਨੇ ਅਪਾਰ ਕਿਰਪਾ ਕਰਕੇ ਪਾਵਨ ਪਵਿੱਤਰ ਮੁਖਵਾਕ ਬਖਸ਼ਿਸ਼ ਕਰਕੇ ਸਾਨੂੰ ਸਾਰਿਆਂ ਨੂੰ ਨਿਹਾਲ ਕੀਤਾ ਹੈ। ਉਪਰੰਤ ਸਤਿਗੁਰੂ ਦੇ ਚਰਨਾਂ ਵਿੱਚ ਗੁਰੂ ਬਾਬੇ ਦੀਆਂ ਕਥਾ ਕਹਾਣੀਆਂ ਨੂੰ ਸ਼ਰਵਣ ਕਰਨ ਵਾਸਤੇ ਗੁਰੂ ਕੀ ਗੋਦ ਵਿੱਚ ਜੁੜ ਬੈਠੇ ਹਾਂ। ਆਓ ਗੁਰ ਇਤਿਹਾਸ ਦੀ ਕਥਾ ਆਰੰਭ ਕਰਨ ਤੋਂ ਪਹਿਲਾਂ ਮਨ ਬਿਰਤੀਆਂ ਨੂੰ ਸਤਿਗੁਰਾਂ ਦੇ ਚਰਨੀ ਜੋੜੀਏ। ਸੁਰਤ ਨੂੰ ਇਕਾਗਰ ਕਰਦੇ ਹਾਂ। ਰਸਨਾ ਕਰੀਏ ਪਵਿੱਤਰ ਪ੍ਰੇਮ ਸਹਿਤ। ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਕਿਰਪਾ ਹੈ। ਪਾਵਨ ਅਸਥਾਨ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਦੀ ਲੜੀਵਾਰ ਕਥਾ ਆਪਾਂ ਰੋਜ਼ਾਨਾ ਹੀ ਸ਼ਰਵਣ ਕਰਦੇ ਹਾਂ। ਚੱਲ ਰਹੀ ਕਥਾ ਵਿੱਚੋਂ ਪ੍ਰਸੰਗ ਸ਼ਰਵਣ ਕਰ ਰਹੇ ਹਾਂ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਇਸ ਵੇਲੇ ਲੋਕਾਂ ਦਾ ਭਲਾ ਕਰਦਿਆਂ ਹੋਇਆਂ, ਭੁੱਲੇ ਭਟਕੇ ਲੋਕਾਂ ਨੂੰ ਸਿੱਧੇ ਰਾਹੇ ਪਾਉਂਦਿਆਂ ਹੋਇਆਂ ਤੀਰਥਾਂ ਦੀ ਯਾਤਰਾ ਕਰ ਰਹੇ ਹਨ। ਤੀਰਥਾਂ ਤੇ ਜਾ ਕੇ ਸਤਿਗੁਰੂ ਜੀ ਸੱਚ ਦਾ ਉਪਦੇਸ਼ ਦ੍ਰਿੜ ਕਰਵਾ ਰਹੇ ਨੇ। ਭੁੱਲੇ ਭਟਕੇ ਲੋਕਾਂ ਨੂੰ ਸਿੱਧੇ ਰਸਤੇ ਪਾ ਰਹੇ ਹਨ ਤੇ ਜਿਹੜੇ ਭਰਮਾਂ ਵਿੱਚ ਪਾਉਣ ਵਾਲੇ ਧਰਮ ਦੇ ਪੁਜਾਰੀ ਹਨ ਉਹਨਾਂ ਨੂੰ ਵੀ ਗੁਰੂ ਸਾਹਿਬ ਜੀ ਸੱਚ ਦਾ ਮਾਰਗ ਦ੍ਰਿੜ ਕਰਵਾ ਰਹੇ ਨੇ। ਆਪਾਂ ਪਿਛਲੇ ਦਿਨਾਂ ਵਿੱਚ ਕਈ ਸਾਰੇ ਤੀਰਥਾਂ ਦਾ ਜ਼ਿਕਰ ਸ਼ਰਵਣ ਕੀਤਾ ਹੈ ਤੇ ਵਿਚਾਰ ਚੱਲ ਰਹੀ ਸੀ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਇਸ ਵੇਲੇ ਜਗਨਨਾਥਪੁਰੀ ਜਿਹੜਾ ਕਿ ਉੜੀਸਾ ਵਿੱਚ ਹੈ ਤੇ ਭਾਰਤ ਦਾ ਬਹੁਤ ਵੱਡਾ ਇਹ ਮੰਦਿਰ ਹੈ, ਇਹਦੀ ਬਹੁਤ ਵੱਡੀ ਵਡਿਆਈ ਹੈ। ਇੱਥੇ ਜਗਨਨਾਥ ਦੀ ਮੂਰਤੀ ਹੈ ਤੇ ਜਿਹੜੀ ਜਗਨਨਾਥ ਦੀ ਇੱਥੇ ਮੂਰਤੀ ਹੈ
ਉਹ ਬਾਹਾਂ ਤੋਂ ਬਗੈਰ ਹੈ, ਉਹਦੀਆਂ ਬਾਹਾਂ ਨਹੀਂ ਹਨ। ਤੇ ਇਸ ਮੰਦਰ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪਹੁੰਚੇ ਨੇ। ਜਗਨਨਾਥ ਦੇ ਮੰਦਰ ਦੇ ਦਰਵਾਜ਼ੇ ਤੇ ਬੈਠੇ ਸਨ ਤੇ ਸ਼ਾਮ ਦਾ ਸਮਾਂ ਹੋਇਆ ਤੇ ਮੰਦਰ ਵਿੱਚ ਆਰਤੀ ਕਰਨ ਵਾਸਤੇ ਪੁਜਾਰੀ ਆ ਪਹੁੰਚੇ। ਪੰਡਤਾਂ ਨੇ ਆ ਕੇ ਆਰਤੀ ਉਚਾਰੀ, ਥਾਲ ਵਿੱਚ ਦੀਵੇ ਜਗਾ ਕੇ ਵਿੱਚ ਮੋਤੀ ਰੱਖੇ ਹਨ, ਕੁਝ ਫੁੱਲ ਰੱਖੇ ਨੇ, ਧੂਫਾਂ ਧੁਖਾਈਆਂ ਨੇ ਤੇ ਨਾਲੋਂ ਨਾਲ ਸ਼ੰਖ ਵੱਜ ਰਹੇ ਹਨ, ਨਾਲੇ ਨਗਾਰੇ ਵੱਜ ਰਹੇ ਹਨ। ਉਹ ਆਪਣੀ ਆਰਤੀ ਉਤਾਰ ਰਹੇ ਨੇ ਤੇ ਸਾਰੇ ਲੋਕ ਆਰਤੀ ਵਿੱਚ ਖੜੇ ਹੋ ਕੇ ਸ਼ਾਮਲ ਹੋ ਰਹੇ ਹਨ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਖੜੇ ਨਹੀਂ ਹੋਏ, ਆਰਤੀ ਵਿੱਚ ਸ਼ਾਮਲ ਨਹੀਂ ਹੋਏ। ਸਤਿਗੁਰੂ ਜੀ ਆਪਣੀ ਜਗ੍ਹਾ ਤੇ ਬੈਠੇ ਰਹੇ। ਜਿਸ ਵੇਲੇ ਆਰਤੀ ਦੀ ਸਮਾਪਤੀ ਹੋਈ, ਉਸ ਵੇਲੇ ਪੰਡਤਾਂ ਨੇ ਗੁੱਸੇ ਵਿੱਚ ਆ ਕੇ, ਕ੍ਰੋਧ ਵਿੱਚ ਆ ਕੇ ਗੁਰੂ ਨਾਨਕ ਸਾਹਿਬ ਨੂੰ ਪੁੱਛਣਾ ਕੀਤਾ, ਤੁਸੀਂ ਕੌਣ ਹੋ, ਕਿਹੜੀ ਥਾਂ ਤੋਂ ਆਏ ਹੋ, ਤੁਸੀਂ ਅਣਜਾਣ ਬੰਦੇ ਹੋ, ਤੁਸੀਂ ਜਗਨਨਾਥ ਦੀ ਮੂਰਤ, ਜਗਨਨਾਥ ਦੇ ਇਸ ਮੰਦਰ ਦੀ ਮਹਾਨਤਾ ਨੂੰ ਨਹੀਂ ਸਮਝਿਆ, ਆਰਤੀ ਵਿੱਚ ਤੁਸੀਂ ਸ਼ਾਮਲ ਨਹੀਂ ਹੋਏ, ਬਾਕੀ ਸਾਰੇ ਲੋਕ ਆਰਤੀ ਵਿੱਚ ਖੜੇ ਹੋਏ ਹਨ, ਪਰ ਤੁਸੀਂ ਜਗਨਨਾਥ ਦੀ ਆਰਤੀ ਵਿੱਚ ਸ਼ਾਮਲ ਨਹੀਂ ਹੋਣਾ ਕੀਤਾ। ਕਿਉਂ ਨਹੀਂ ਤੁਸੀਂ ਉੱਠੇ, ਕਾਰਨ ਕੀ ਹੈ? ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਪਿਆਰਿਓ, ਮੈਂ ਤਾਂ ਸਦਾ ਹੀ ਆਰਤੀ ਵਿੱਚ ਸ਼ਾਮਲ ਰਹਿੰਦਾ ਹਾਂ। ਜਿਸ ਆਰਤੀ ਵਿੱਚ ਮੈਂ ਸ਼ਾਮਲ ਹਾਂ, ਉਹ ਆਰਤੀ ਨਿਰੰਤਰ ਹੋ ਰਹੀ ਹੈ, ਅੱਜ ਤੋਂ ਨਹੀਂ ਹੋ ਰਹੀ। ਜਦੋਂ ਦੀ ਦੁਨੀਆ ਬਣੀ ਹੈ, ਉਦੋਂ ਤੋਂ ਨਿਰੰਤਰ ਆਰਤੀ ਚੱਲ ਰਹੀ ਹੈ। ਅੱਗੋਂ ਉਹਨਾਂ ਨੇ ਸਵਾਲ ਕੀਤਾ, ਤੁਹਾਡੇ ਕੋਲ ਨਾ ਕੋਈ ਥਾਲ ਹੈ, ਨਾ ਤੁਹਾਡੇ ਕੋਲ ਦੀਵੇ ਹਨ, ਨਾ ਤੁਹਾਡੇ ਕੋਲ ਫੁੱਲ ਹਨ, ਨਾ ਤੁਹਾਡੇ ਕੋਲ ਕੋਈ ਸੁਗੰਧੀ ਵਾਸਤੇ ਕੋਈ ਅਗਰਬੱਤੀ ਹੈ, ਤੁਸੀਂ ਕਿਹੜੀ ਆਰਤੀ ਕਰ ਰਹੇ ਹੋ? ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਜਿਹੜੀ ਤੁਸੀਂ ਆਰਤੀ ਕਰ ਰਹੇ ਹੋ ਤਾਂ ਬਹੁਤ ਛੋਟੀ ਜੀ ਆਰਤੀ ਹੈ, ਤੁਹਾਡੀ ਆਰਤੀ ਤਾਂ ਬਿਲਕੁਲ ਛੋਟੀ ਜੀ ਹੈ ਤੇ ਕੁਝ ਪਲਾਂ ਵਿੱਚ ਹੀ ਤੁਹਾਡੀ ਆਰਤੀ ਸਮਾਪਤ ਵੀ ਹੋ ਗਈ। ਉਹਨਾਂ ਕਿਹਾ, ਜੀ ਜੇ ਤੁਸੀਂ ਆਰਤੀ ਵਿੱਚ ਸ਼ਾਮਲ ਹੋ, ਤੁਹਾਡੇ ਕੋਲ ਕੁਝ ਦਿਖਦਾ ਨਹੀਂ, ਤਾਂ ਦੱਸੋ ਕਿਸ ਤਰ੍ਹਾਂ ਦੀ ਤੁਹਾਡੀ ਆਰਤੀ ਹੈ? ਉਹਨਾਂ ਦੇ ਬਚਨ ਸੁਣ ਕੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਫਿਰ ਪਾਵਨ ਬਚਨ ਧਨਾਸਰੀ ਰਾਗ ਵਿੱਚ ਉਚਾਰਨ ਕੀਤੇ। ਧਨਾਸਰੀ ਮਹੱਲਾ ਪਹਿਲਾ, ਆਰਤੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਾਹਿਬ ਦੇ ਆਪਾਂ ਕੱਲ ਬਚਨ ਵਿਚਾਰੇ ਸਨ। ਗਗਨ ਮੈਂ ਥਾਲ ਰਬ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪਵਨ ਚਵਰੋ ਕਰੇ, ਸਗਲ ਬਨਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਣਾ ਤੇਰੀ ਆਰਤੀ, ਅਨਹਤਾ ਸ਼ਬਦ ਬਾਜੰਤ ਭੇਰੀ ਰਹਾਓ। ਹਜੂਰ ਨੇ ਬੜੇ ਪ੍ਰੇਮ ਵਿੱਚ ਇਹ ਪਾਵਨ ਜਦੋਂ ਬਚਨ ਉਚਾਰੇ, ਜਿਹਦਾ ਭਾਵ ਵੀ ਆਪਾਂ ਰਹਾਉ ਦੀਆਂ ਪੰਕਤੀਆਂ ਤੱਕ ਕੱਲ ਵਿਚਾਰ ਚੁੱਕੇ ਹਾਂ, ਫਿਰ ਸੰਖੇਪ ਵਿੱਚ ਵਿਚਾਰ ਲੈਂਦੇ ਹਾਂ। ਹਜੂਰ ਨੇ ਕਿਹਾ, ਤੁਹਾਡੇ ਕੋਲੇ ਇਹ ਥਾਲ ਹੈ ਤੇ ਥਾਲ ਵਿੱਚ 2 ਦੀਵੇ ਜਗਾਏ ਨੇ, ਪਰ ਜਿਹੜੇ ਰੱਬ ਦੀ ਆਰਤੀ ਨਿਰੰਤਰ ਕੁਦਰਤ ਕਰ ਰਹੀ ਹੈ, ਉਹਦੇ ਵਿੱਚ ਆਸਮਾਨ ਰੂਪੀ ਥਾਲ ਹੈ ਤੇ ਸਾਰਾ ਆਕਾਸ਼ ਹੀ ਥਾਲ ਹੈ ਤੇ 2 ਦੀਵੇ ਸੂਰਜ ਤੇ ਚੰਦਰਮਾ ਹਨ ਤੇ ਜਿਹੜੇ ਤਾਰੇ ਹਨ, ਇਹ ਤਾਰੇ ਹੀ ਇਸ ਥਾਲ ਵਿੱਚ ਟਿਕਾਏ ਹੋਏ ਮੋਤੀ ਨੇ। ਤੇ ਸਾਹਿਬ ਨੇ ਕਿਹਾ, ਜਿਹੜਾ ਮਲਿਆ ਪਰਬਤ ਹੈ, ਭਾਰਤ ਦੇ ਦੱਖਣ ਦੇ ਵਿੱਚ ਬਹੁਤ ਵੱਡਾ ਪਹਾੜ ਹੈ, ਉਹਦੇ ਤੇ ਬੇਅੰਤ ਜਿਹੜੇ ਚੰਦਨ ਦੇ ਰੁੱਖ ਹਨ, ਇਸ ਕਰਕੇ ਉਸ ਪਾਸੇ ਤੋਂ ਆਉਣ ਵਾਲੀ ਹਵਾ ਸੁਗੰਧਿਤ ਹੁੰਦੀ ਹੈ, ਉਹਦੇ ਵਿੱਚ ਖੁਸ਼ਬੂਆਂ ਹੁੰਦੀਆਂ ਨੇ। ਗੁਰੂ ਸਾਹਿਬ ਕਹਿੰਦੇ, ਤੁਸੀਂ ਤਾਂ ਥੋੜੀਆਂ ਜਿਹੀਆਂ ਅਗਰਬੱਤੀਆਂ ਲਾ ਕੇ ਖੁਸ਼ਬੂਆਂ ਜਿਹੜੀਆਂ ਨੇ ਉਹ ਛਿੜਕਣ ਦਾ ਯਤਨ ਕੀਤਾ ਹੈ, ਪਰ ਪਰਮਾਤਮਾ ਦੀ ਕੁਦਰਤ ਵਿੱਚ ਪਹਾੜਾਂ ਦੇ ਉੱਤੇ ਜਿਹੜੇ ਬੇਅੰਤ ਖੁਸ਼ਬੂ ਵਾਲੇ ਰੁੱਖ ਉੱਗੇ ਹੋਏ ਨੇ, ਉਹਨਾਂ ਦੀ ਖੁਸ਼ਬੂ ਜਿਹੜੀ ਹੈ ਇਹ ਧੂਪ ਦਾ ਕੰਮ ਕਰ ਰਹੀ ਹੈ। ਪਵਨ ਚਵਰੋ ਕਰੇ, ਹਵਾ ਵਾਹਿਗੁਰੂ ਜੀ ਨੂੰ ਚੌਰ ਕਰ ਰਹੀ ਹੈ। ਸਗਲ ਬਨਰਾਏ ਫੁੱਲੰਤ ਜੋਤੀ, ਜਿਹੜੇ ਇਹ ਜਿੰਨੇ ਬਨਸਪਤੀ ਦੇ ਫੁੱਲ ਹਨ, ਇਹ ਸਾਰੀ ਬਨਸਪਤੀ ਆਪਣੇ ਫੁੱਲ ਪ੍ਰਮਾਤਮਾ ਜੀ ਦੇ ਚਰਨਾਂ ਵਿੱਚ ਭੇਟਾ ਕਰ ਰਹੀ ਹੈ। ਸਤਿਗੁਰਾਂ ਨੇ ਰੱਬੀ ਬਾਣੀ ਦੇ ਜਦੋਂ ਬਚਨ ਗੁਰੂ ਕੀ ਬਾਣੀ ਵਿੱਚੋਂ ਪੜ੍ਹਦੇ ਆ, ਜਿਸ ਤਰੀਕੇ ਨਾਲ ਬੰਦਾ ਪੂਜਾ ਕਰਦਾ ਹੈ, ਗੁਰੂ ਸਾਹਿਬ ਨੇ ਕਿਹਾ ਇਸ ਤਰੀਕੇ ਨਾਲ ਤੇਰੀ ਪੂਜਾ ਪ੍ਰਵਾਨ ਨਹੀਂ। ਉਹ ਤਾਂ ਮਾਲਣੀ ਜਿਹੜੀ ਹੈ ਉਹਨੂੰ ਵੀ ਸਮਝਾਉਂਦੇ ਨੇ, ਕਹਿੰਦੇ ਭੂਲੀ ਮਾਲਣੀ ਹੈ ਦਿਓ, ਸਤਿਗੁਰ ਜਾਗਤਾ ਹੈ ਦਿਓ। ਕਹਿੰਦੇ ਹੇ ਮਾਲਣੀ, ਤੂੰ ਫੁੱਲ ਲਿਆ ਕੇ ਆਪਣੇ ਮਾਲਕ ਦੇ ਚਰਨਾਂ ਵਿੱਚ ਰੱਖਦੀ ਹੈ ਤੇ ਸੋਚਦੀ ਹੈ
कि शायद मेरे फुल रखिया वाहिगुरू जी खुश हो जाएंगे, पर यह नहीं पता जिथे वो फुल लगे हुए ने उत्थे भी तो परमात्मा जी की शोभा पा रहे हैं, परमात्मा जी के वास्ते ही ने। इत्थे भी साहब ने कहा सगल बनराए फुलंत ज्योति, जिन्ने भी फुल हैं जिथे भी हैं उत्थे वो परमात्मा जी की भेटा ही है। भाई वीर सिंह जी की एक बड़ी प्यारी कविता है, डाली नालों तोड़ ना सानू असां हट महक दी लाई, लख राही भी सूंघे आके खाली एक ना जाई। भाई वीर जी भाई वीर सिंह कहते ने, कहते जिहड़ा एक फुल है, फुल एक गल कर रहा है तोड़न वाले नूं, कहते वो कहता हे राही वेख असीं सुगंधी की दुकान ला के बैठे हैं, पर किते सुगंधी नूं जाण के सुगंधी नूं माणदिया होया इहनूं सानूं तोड़न बारे ना सोची, क्योंकि असीं दुकान ला के बैठे हैं। जे लखां राही भी इत्थों आके लंघणगे, लखां राही भी आके सुगंधी नूं माण सकदे ने, पर जे तू मैनू तोड़ के लै गया मैं तेरे जोगा ही रह जाना है। फिर वो भी घड़ी पल का ही मेला है, उस तो बाद मुरझा भी जावांगा। इस करके फुल कहता मैनू तोड़ना, भाव कि उस भरम विचों गुरु साहब ने कढ़िया कि जिस वास्ते लोग पूजा वास्ते फुल अर्पण करते हैं, गुरु साहब कहते जिथे वो लगे हुए हैं उत्थे भी वाहिगुरू के चरणों में ही अर्पण किए हुए समझिए। तो साहब कहते हे रब जी किड्डी तेरी सोहनी आरती हो रही है, अनहता शब्द बाजंत भेरी रहाओ, साडे जीवन में जिहड़ी राह चल रही है, साडे जीवन में जिहड़ा जीवन है जिंदगी है, ये वाहिगुरू जी की परमात्मा जी के नगारे ने। मंदिर में नगारे बजते हैं, संख बजते हैं, तो समुची कायनात में जिहड़ी जीवन की राह चल रही है, जीवन का साडा जीवन धड़क रहा है, ये वाहिगुरू परमात्मा जी के नगारे हैं। सारे जिउंदे जागदे नगारे बज रहे हैं। तो साहब जी फिर अगे कृपा करके समझाते हैं, सहस तव नैन नन नैन है तोहे का, सहस मूरत नना एक तो ही। और गुरु साहब जी आनंद विच आ गए, दस रहे हैं वाहिगुरू की किड्डी वड्डी आरती हो रही है। तो साहब कहते हे परमात्मा जी मैं तेरी आरती विच शामिल होकर वेख रहा, सहस तव नैन नन नैन है तोहे को। जदों मैं वेखदा हाँ जिन्ने मनुख हैं, मनुखों दीयां अखां सारियां तेरियां ही अखां ने, क्योंकि सारियां विच तू ही वसदा है। हरेक मनुख दीयां जिहड़ियां अखां हैं, जिहड़े नैन हैं, ये तेरियां ही अखां ने। इस हिसाब दे नाल तेरे हज़ारां ही लखां ही अखां ने, क्योंकि जिन्ने मनुख ने उन्नियां ही अखां ने, उन्नियां ही अखां तेरियां ही अखां ने। पर साहब कहते मैं जदों वाहिगुरू जी तेरे दूसरे रूप नूं वेखदा, निराकार रूप नूं वेखदा, उत्थे तेरी एक भी अख नहीं। एक पासे तो मनुखों के रूप विच लखां ही अखां तेरियां ही अखां ने, पर जिस रूप विच क्योंकि अखां तो संसार में सड़ भी जांदियां ने, पर तू तां भी नहीं सड़दा। एक पासे तेरियां लखां ही अखां ने, हज़ारां ही अखां ने, पर दूसरे पासे तेरी एक भी अख नहीं। निरंकार रूप विच साकार रूप दे विच सारा कुछ तेरा है, पर निरंकार रूप दे विच तेरी एक भी अख नहीं। अगे वचन क्या, सहस मूरत नना एक तो ही। हे वाहिगुरू जी आ जिन्ने स्वरूप हैं, जिन्ने असीं वेख रहे हैं, वक्खो वखरे बंदे दे रूप ने, असीं सारे स्वरूपों के नाम वक्खो वखरे रखे हुए ने। किन्ने सारे प्राणी हैं संसार के, हरेक सूरत रब की सूरत है। क्यों? क्योंकि सारिया सूरतों के अंदर, हरेक शरीर के अंदर परमात्मा जी का अपना ही वस है। हरेक मूरत, हरेक जिंदगी जिहड़ी है, ये परमात्मा जी की जिंदगी है, ये परमात्मा जी का ही स्वरूप है। इस करके तो गुरु साहब ने कहा वाहिगुरू ने जो बनाया है कुछ भी माड़ा नहीं बनाया, हरेक विच आप बैठा है, हरेक सूरत उहदी है। ये असीं भेदभाव अपने जीवन में कर लेने आ, फलाना इस तरह का है, फलाने का रंग इस तरह का है, फलाना इस तरह का है, पर जिसनों भी वाहिगुरू ने बनाया, जिस दे अंदर वो आप बैठा है, उहदा ही रूप है। हरेक सूरत उहदी रूप है। पर साहब कहते जदों तेरा दूसरा रूप वेखदे आ, तेरी एक भी स्वरूप तेरा नहीं है।
ਸਾਰੇ ਰੂਪਾਂ ਵਿੱਚ ਤੂੰ ਵਸਦਾ ਹੈ, ਪਰ ਦੂਸਰੇ ਪਾਸੇ ਤੇਰਾ ਇੱਕ ਵੀ ਸਰੂਪ ਨਹੀਂ ਹੈ। ਅਸੀਂ ਨਹੀਂ ਕਹਿ ਸਕਦੇ ਰੱਬ ਫਲਾਣੇ ਵਰਗਾ ਹੈ, ਇਹ ਕਹਿ ਸਕਦੇ ਹਾਂ ਫਲਾਣੇ ਵਿੱਚ ਵੀ ਰੱਬ ਵਸਦਾ ਹੈ, ਇਸ ਮਨੁੱਖ ਵਿੱਚ ਵੀ ਰੱਬ ਹੈ। ਹਰੇਕ ਮਨੁੱਖ ਵਿੱਚ, ਭਾਵੇਂ ਦੁਨੀਆ ਦੇ ਕਿਸੇ ਵੀ ਕਾਰਨਰ ਤੇ ਰਹਿ ਰਿਹਾ, ਹਰੇਕ ਦੀ ਸੂਰਤ ਵਿੱਚ ਰੱਬ ਹੈ। ਪਰ ਰੱਬ ਜੀ ਤੂੰ ਇਸ ਸੂਰਤ ਤੋਂ ਪਰੇ ਵੀ ਹੈ। ਦੁਨੀਆ ਦੀਆਂ ਸੂਰਤਾਂ ਸਾਰੀਆਂ ਇੱਕ ਦਿਨ ਖਤਮ ਹੋ ਜਾਂਦੀਆਂ ਨੇ, ਪਰ ਤੇਰੀ ਤਾਂ ਸੂਰਤ ਜਿਹੜੀ ਹੈ ਤੂੰ ਸਦਾ ਹੀ ਰਹਿਣ ਵਾਲਾ ਹੈ। ਹਜ਼ਾਰਾਂ ਸੂਰਤਾਂ ਵਿੱਚ ਰਹਿ ਕੇ ਵੀ ਤੂੰ ਸਦਾ ਵਾਸਤੇ ਤੇਰੀ ਕੋਈ ਵੀ ਸੂਰਤ ਨਹੀਂ। ਤੈਨੂੰ ਜਿਸ ਰੂਪ ਵਿੱਚ ਵੀ ਕੋਈ ਵੇਖ ਲਵੇ ਉਸੇ ਰੂਪ ਵਿੱਚ ਵੇਖ ਜਾਂਦਾ। ਤੇ ਸਾਹਿਬ ਜੀ ਫਿਰ ਕਿਰਪਾ ਕਰਦੇ ਨੇ, ਸਹਿਸ ਪਦ ਬਿਮਲ ਨਾਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧੇਵ ਚਲਤ ਮੋਹੀ। ਗੁਰੂ ਸਾਹਿਬ ਕਹਿੰਦੇ, ਹੇ ਪ੍ਰਮਾਤਮਾ ਜੀ, ਤੇ ਜਦੋਂ ਤੇਰੀ ਆਰਤੀ ਉਤਾਰ ਰਹੇ ਆ, ਤੇਰੀ ਵਡਿਆਈ ਕਰ ਰਹੇ ਆ, ਤੇ ਕੀ ਵੇਖਦੇ ਆ? ਤੇਰੇ ਹਜ਼ਾਰਾਂ ਹੀ ਨੱਕ ਹਨ। ਭਾਵ ਕਿ ਜਿੰਨੇ ਸੰਸਾਰ ਵਿੱਚ, ਕਾਇਨਾਤ ਵਿੱਚ ਜੀਵ ਨੇ, ਜਿੰਨੇ ਨੱਕ ਨੇ, ਵਾਹਿਗੁਰੂ ਜੀ ਤੇਰੇ ਹੀ ਨੇ, ਕਿਉਂਕਿ ਸਾਰਿਆਂ ਵਿੱਚ ਤੂੰ ਵਸਿਆ ਹੋਇਆ ਹੈ। ਜਿੰਨੇ ਵੀ ਜੀਵਾਂ ਵਿੱਚ ਜੀਵਨ ਹੈ, ਸਾਰਿਆਂ ਵਿੱਚ ਤੇਰਾ ਹੀ ਵਸ ਹੈ। ਇਸ ਕਰਕੇ ਤੇਰੇ ਹਜ਼ਾਰਾਂ ਹੀ ਨੱਕ ਨੇ, ਸੈਂਕੜੇ ਨੱਕ ਹਨ, ਜਿਨ੍ਹਾਂ ਦੀ ਗਿਣਤੀ ਕੋਈ ਨਹੀਂ। ਪਰ ਸਾਹਿਬ ਜੀ ਕਹਿੰਦੇ, ਜਦੋਂ ਤੇਰਾ ਅਸੀਂ ਦੂਸਰਾ ਰੂਪ ਵੇਖਦੇ ਹਾਂ, ਤੇਰਾ ਇੱਕ ਵੀ ਨੱਕ ਨਹੀਂ ਹੈ। ਇੱਕ ਪਾਸੇ ਤੇਰੇ ਸਾਰੇ ਨੱਕ ਤੇਰੇ ਹੀ ਨੇ, ਕਿਉਂਕਿ ਸਾਰਿਆਂ ਦੇ ਅੰਦਰ ਤੂੰ ਹੀ ਬੈਠਾ ਹੈ। ਪਰ ਇਹ ਜਿਹੜਾ ਸਰੀਰ ਹੈ, ਕਿਉਂਕਿ ਜਿੰਨੇ ਮਰਜ਼ੀ ਸਰੀਰ ਸੰਸਾਰ ਤੇ ਜਿੰਨਿਆਂ ਨੇ ਜਨਮ ਲਿਆ ਹੈ, ਇਹ ਸਾਰੇ ਬਿਨਸ ਜਾਂਦੇ ਨੇ, ਪਰ ਪ੍ਰਮਾਤਮਾ ਜੀ ਨੂੰ ਤਾਂ ਵੀ ਕੋਈ ਫਰਕ ਨਹੀਂ ਪੈਂਦਾ। ਇਹਨੂੰ ਸੌਖੀ ਉਦਾਹਰਨ ਰਾਹੀਂ ਆਪਾਂ ਸਮਝ ਸਕਦੇ ਹਾਂ। ਜਦੋਂ ਖੁੱਲੇ ਆਸਮਾਨ ਦੇ ਉੱਪਰ ਸਾਨੂੰ ਚੰਦਰਮਾ ਦਿਖਾਈ ਦੇ ਰਿਹਾ ਹੋਵੇ, ਤਾਂ ਅਸੀਂ 100 ਭਾਂਡਿਆਂ ਵਿੱਚ ਪਾਣੀ ਭਰ ਕੇ ਰੱਖ ਦਈਏ। 100 ਭਾਂਡਿਆਂ ਵਿੱਚ 100 ਕਟੋਰੀਆਂ ਲੈ ਲਈਆਂ, ਅਸੀਂ ਕੌਲੀਆਂ ਰੱਖ ਲਈਏ, ਤੇ 100 ਲੈ ਲਈਏ ਚਾਹੇ 1000 ਕਟੋਰੀਆਂ ਵਿੱਚ, ਕੌਲੀਆਂ ਵਿੱਚ ਪਾਣੀ ਭਰ ਕੇ ਅਸੀਂ ਰੱਖ ਦਿੱਤਾ, ਕੀ ਹੋਏਗਾ? ਜਿਹੜਾ ਆਸਮਾਨ ਵਿੱਚ ਚੰਦਰਮਾ ਹੈ, ਜਦੋਂ ਅਸੀਂ ਹਰੇਕ ਬਰਤਨ ਵਿੱਚ ਵੇਖਾਂਗੇ, ਹਰੇਕ ਬਰਤਨ ਵਿੱਚ ਵੱਖੋ ਵੱਖਰਾ ਚੰਦਰਮਾ ਦਿਖੇਗਾ। ਜਿੰਨੀਆਂ ਅਸੀਂ ਕੌਲੀਆਂ ਭਰ ਕੇ ਰੱਖੀਆਂ ਪਾਣੀ ਦੀਆਂ, ਕੋਈ ਵੀ ਬਰਤਨ ਭਰ ਕੇ ਰੱਖ ਲਈਏ, ਹਰੇਕ ਬਰਤਨ ਦੇ ਵਿੱਚ ਚੰਦਰਮਾ ਦਾ ਪਰਛਾਵਾਂ ਦਿਖੇਗਾ। ਤੇ ਹੁਣ ਅਸੀਂ ਕਿ ਸੋਚੀਏ ਕਿ ਚੰਦਰਮਾ 1000 ਨੇ, ਪਰ 1000 ਨਹੀਂ ਹਨ, ਉਹ ਇੱਕੋ ਹੀ ਹੈ। ਪਰ ਜਿੰਨੇ ਬਰਤਨਾਂ ਵਿੱਚ ਪਾਣੀ ਹੈ, ਸਾਰਿਆਂ ਵਿੱਚ ਦਿਖ ਰਿਹਾ ਹੈ। ਹੁਣ ਅਸੀਂ ਕਰੀਏ ਕਿ ਚੰਦਰਮਾ ਨੂੰ ਖਤਮ ਕਰ ਦਈਏ, ਅਸੀਂ ਪਾਣੀ ਸਾਰੇ ਡੋਲ ਦਈਏ, ਪਾਣੀ ਸਾਰੇ ਬਰਤਨਾਂ ਵਿੱਚੋਂ ਡੋਲ ਕੇ, ਤੇ ਅਸੀਂ ਸੋਚੀਏ ਚੰਦਰਮਾ ਖਤਮ ਹੋ ਗਿਆ ਹੋਏਗਾ। ਹੁਣ ਅਸੀਂ ਪਾਣੀ ਡੋਲ ਦਿੱਤਾ ਹੈ ਬਰਤਨਾਂ ਵਿੱਚੋਂ, ਪਰ ਜਿਹੜਾ ਉੱਪਰ ਆਸਮਾਨ ਵਿੱਚ ਚੰਦਰਮਾ ਹੈ, ਉਹਨੂੰ ਕੋਈ ਫਰਕ ਨਹੀਂ ਪਿਆ, ਉਹ ਉਸੇ ਤਰ੍ਹਾਂ ਹੀ ਹੈ। ਹੇਠਾਂ ਹਜ਼ਾਰਾਂ ਬਰਤਨਾਂ 'ਚ ਪਾਣੀ ਰੱਖ ਲਓ, ਹਰੇਕ ਵਿੱਚ ਵੱਖਰਾ ਪਰਛਾਵਾਂ ਦਿਖੇਗਾ, ਹਰੇਕ 'ਚ ਦਿਖੇਗਾ ਇਹਦੇ ਵਿੱਚ ਵੀ ਚੰਦਰਮਾ ਹੈ, ਇਸ ਵਿੱਚ ਵੀ ਚੰਦਰਮਾ ਹੈ, ਇਸ ਵਿੱਚ ਵੀ ਚੰਦਰਮਾ ਹੈ। ਹਜ਼ਾਰਾਂ ਹੀ ਚੰਦਰਮਾ ਦਿਖਣਗੇ, ਪਰ ਹਜ਼ਾਰਾਂ ਹੋ ਕੇ ਵੀ ਉਹ ਇੱਕੋ ਹੀ ਰਹੇਗਾ, ਰਹੇਗਾ ਇੱਕੋ ਹੀ। ਅਸੀਂ ਉਹ ਸਾਰੇ ਬਰਤਨ ਖਾਲੀ ਕਰ ਦਈਏ ਤੇ ਸੋਚੀਏ ਚੰਦਰਮਾ ਖਤਮ ਹੋ ਗਿਆ, ਨਹੀਂ, ਅਜੇ ਵੀ ਹੈ। ਜਿਸ ਬਰਤਨ 'ਚ ਪਾਣੀ ਭਰ ਕੇ ਰੱਖਾਂਗੇ, ਉਸੇ 'ਚ ਦਿਖਣਾ ਸ਼ੁਰੂ ਹੋ ਜਾਏਗਾ। ਉਸੇ ਤਰ੍ਹਾਂ ਪ੍ਰਮਾਤਮਾ ਜੀ ਸਦੀਵੀ ਹਨ, ਸਦਾ ਹੀ ਇੱਕ ਰਸ ਹਨ, ਤੇ ਉਹਦਾ ਪਰਛਾਵਾਂ, ਉਹਦੀ ਜੋਤ ਸਾਡੇ ਜੀਵਾਂ ਵਿੱਚੋਂ ਦਿਖਦੀ ਹੈ। ਜਦੋਂ ਸਾਡੇ ਜੀਵਾਂ 'ਚੋਂ, ਸਾਡੇ ਵਿੱਚੋਂ ਜੋਤ ਦਿਖਦੀ ਹੈ, ਤਾਂ ਉਸ ਹਿਸਾਬ ਨਾਲ ਵਾਹਿਗੁਰੂ ਜੀ ਦੇ ਹਜ਼ਾਰਾਂ ਹੀ ਨੱਕ ਹਨ, ਕਿਉਂਕਿ ਉਸੇ ਦੀ ਜੋਤ ਹੈ, ਉਸੇ ਦਾ ਪਰਛਾਵਾਂ ਹੈ। ਪਰ ਇਹ ਨਾ ਸਮਝੀਏ ਕਿ ਇਸ ਨੱਕ ਨੂੰ ਖਤਮ ਕਰ ਲੈਣ ਦੇ ਨਾਲ, ਇਸ ਸੂਰਤ ਦੇ ਖਤਮ ਹੋਣ ਨਾਲ, ਇੱਥੋਂ ਤੱਕ ਸਾਰੇ ਸੰਸਾਰ ਦੇ ਵਿੰਸਣ ਨਾਲ ਵੀ ਉਸ ਪਰਮਾਤਮਾ ਤੇ ਕੋਈ ਫਰਕ ਨਹੀਂ ਪੈਣਾ। ਜਿਵੇਂ ਬਰਤਨਾਂ ਵਿੱਚ ਪਾਣੀ ਅਸੀਂ ਡੋਲ ਦਿੱਤਾ, ਸੋਚਿਆ ਚੰਦਰਮਾ ਖਤਮ ਹੋ ਗਿਆ ਹੋਏਗਾ, ਨਹੀਂ ਹੋਇਆ। ਉਸੇ ਤਰ੍ਹਾਂ ਹੀ ਆ ਸਾਡੇ ਭਾਂਡੇ, ਇਹ ਸਰੀਰ, ਇਹਨਾਂ ਨੂੰ ਖਤਮ ਹੋ ਜਾਣ ਦੇ ਨਾਲ ਪਰਮਾਤਮਾ ਜੀ ਤੇ ਕੋਈ ਫਰਕ ਨਹੀਂ ਪੈਂਦਾ। ਹਜੂਰ ਨੇ ਇਸੇ ਕਰਕੇ ਬਚਨ ਕਹੇ, ਹੇ ਵਾਹਿਗੁਰੂ, ਸਹਿਸ ਪਦ ਬਿਮਲ ਨਾਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਇਵ ਚਲਤ ਮੋਹੀ। ਹੇ ਵਾਹਿਗੁਰੂ ਜੀ,
तेरे ऐसे अचरज करने वाले, हैरान करने वाले कौतुक वेख के मैं हैरान हो रहा हाँ। एक पासे तेरे हज़ारां ही नक ने, पर एक पासे जो दूसरा रूप तेरा वेखदे हां एक भी नक नहीं है। तेरे कौतुकां दी समझ नहीं आउंदी, बड़े अचरज ने, हैरान करने वाले ने, अद्भुत हन। ऐसे तेरे कौतुकां ने मेरा मन मोह लिया। ते साहब जी फिर किरपा करदे ने, गुर साखी जोत प्रगट होए, जो तिस भावै सो आरती होए। हाजूर कहते वाहिगुरू जी तेरे एडे प्यारे कौतुक ने जिहड़े, जिन्हां ने मैनू मोह लिया है, इस करके मैं तेरी आरती विच शामिल हो रहा। सब मैं जोत जोत है सोए, तिस कै चानण सब मैं चानण होए। ये वाहिगुरू जी जिहड़ी सारियां विच जोत, सब मैं जोत जोत है सोए, सारियां विच तेरी ही जोत है, तेरी ही शक्ति है, तेरी ही दित्ती समर्थ है सारियां विच। तिस कै चानण सब मैं चानण होए, इस सा जोत दे राही ही सारे शरीरां विच चानण हो रहा है। हुण वेखो जिवें बिजली इक्को ही है, आ जिहड़ी लाइट आ रही है, बिजली आ रही है इक्को ही है, पर यही लाइट बल्ब चला रही है, ट्यूब चला रही है, यही लाइट पखे चला रही है, यही लाइट साडे टैलीविजन चला रही है, यही लाइट जिहड़ी है फ्रिज चला रही है। चीज़ शक्ति इक्को ही है, पर सारे बखो बखरे रूपां नूं चला रही है। उस तरह परमात्मा जी की शक्ति, परमात्मा जी की जोत इक्को ही है। उही जोत किते बड़े बड़े जानवरों विच भी है, हाथी विच भी उसे दी जोत है। दूजे पासे जे वेखीए तो कीड़ी तो भी छोटे जीवां विच भी परमात्मा की जोत है। पिछे ताकत इक्को ही है। साहब कहते तिस कै चानण सब मैं चानण होए। ओ हे वाहिगुरू जी तेरी जोत दे सदके ही सारियां विच चानण है, तेरी जोत दे सदके ही सारियां दे अंदर ये नूर प्रकाश हो रहा है। क्योंकि जदों ये जोत निकल जाती है, शरीर यही हुंदा, अखां भी यही हुंदियां ने, कन्न भी यही हुंदे ने, पूरे का पूरा सबूता शरीर हुंदा है, पर यह शरीर हुंदियां अखां वेखदियां नहीं, कन्न सुणदे नहीं, जबान बोलदी नहीं। इत्थों तक कि वैसे बंदे नूं थोड़ा जिहा किते सेक लग जाए एकदम दर्द हुंदा है, पर जदों ये जोत निकल जाती है बंदे नूं सारे शरीर नूं अग ते रख के साड़ दिता जाता है, फिर कोई पता नहीं लगता। क्योंकि उस जोत के सदका सारा नूर है, सारी खेड ही उस मालक की जोत की है, उसकी शक्ति की है। ते साहब कहते गुरसाखी जोत प्रगट होए, जो तिस भावै सो आरती होए। हुण जोत वाहिगुरू जी की तो सारियां विच ही है, ये साधु विच भी उन्नी ही है परमात्मा की जोत, ते चोर विच भी उही जोत है। जिहड़े बेईमान लोग ने जोत उन्हां विच भी रब दी हुई है, पर प्रगट कौन करता है, समझ किनू पैंदी है, जिन्हां ने गुरु के उपदेश नूं जीवन का आधार बनाया। गुरसाखी जोत प्रगट होए, गुरु के उपदेश के राही, सतगुरु की दित्ती सिक्ख्या के राही बंदे नूं समझ पैंदी है, मेरे अंदर रब की जोत है, मैं रब की जोत हाँ। इस करके क्या ना गुरु की बाणी ने, मन तो जोत स्वरूप है, अपना मूल पछाण, मन हर जी तेरे नाल है, गुरमती रंग मान। हजूर कहते हे मेरे मन तू रब की जोत है, तेरे विच रब जी का वासा है, तेरे अंदर आप ही उन्हें अपनी सत्ता टिकाई हुई है, पर अपने आप को पहचानता सही है। तू वाहिगुरू की जोत, तेरे अंदर परमात्मा वस रहा है, तो बंदा की करता है, इस रब के घर विच, इस शरीर दे विच जिथे वाहिगुरू जी वसते ने, उत्थे बुरियां तो बुरियां चीज़ां खा रहा है, शरीर विच पा रहा है। रब के मंदिर विच जिथे परमात्मा जी की जोत वसी है,
ਦੁਨੀਆ ਭਰ ਦੇ ਨਸ਼ੇ ਉਹ ਇਹਦੇ ਵਿੱਚ ਸਿੱਟੀ ਜਾਂਦਾ ਹੈ, ਭੈੜੇ ਤੋਂ ਭੈੜੇ ਪਦਾਰਥ ਇਹਦੇ ਵਿੱਚ ਸਿੱਟੀ ਜਾਂਦਾ ਹੈ। ਜਿਸ ਅੰਦਰ ਸਰੀਰ ਦੇ ਅੰਦਰ ਵਾਹਿਗੁਰੂ ਜੀ ਆਪ ਵਸ ਰਹੇ ਨੇ, ਇਸ ਮਨ ਮੰਦਰ ਦੇ ਅੰਦਰ ਬੰਦਾ ਬੁਰੀਆਂ ਤੋਂ ਬੁਰੀਆਂ ਵਿਚਾਰਾਂ ਪਾਈ ਜਾ ਰਿਹਾ ਹੈ। ਜਿੱਥੇ ਰੱਬ ਜੀ ਦਾ ਵਸ ਹੈ ਉੱਥੇ ਭੈੜੇ ਤੋਂ ਭੈੜੇ ਕਰਮ, ਭੈੜੀਆਂ ਤੋਂ ਭੈੜੀਆਂ ਵਿਚਾਰਾਂ ਬੰਦੇ ਦੀ ਸੁਰਤ ਵਿੱਚ ਆ ਰਹੀਆਂ ਨੇ। ਹਜ਼ੂਰ ਨੇ ਇਸੇ ਕਰਕੇ ਕਿਹਾ, ਭਲਿਆ ਪਹਿਚਾਣ, ਸਮਝਣ ਦੀ ਕੋਸ਼ਿਸ਼ ਕਰ, ਕਿਉਂਕਿ ਗੁਰਸਾਖੀ ਜੋਤ ਪ੍ਰਗਟ ਹੋਏ। ਗੁਰੂ ਕੋਲੋਂ ਗਿਆਨ ਲੈ, ਗੁਰੂ ਕੋਲੋਂ ਮਤ ਲੈ, ਸਤਿਗੁਰੂ ਦੀ ਸਿੱਖਿਆ ਦੇ ਨਾਲ ਸਮਝ ਪੈਣੀ ਹੈ ਕਿ ਤੇਰੇ ਅੰਦਰ ਜੋਤ ਕਿਹੜੀ ਹੈ, ਕਿਹੜੀ ਤਾਕਤ ਅੰਦਰ ਕੰਮ ਕਰਦੀ ਹੈ। ਤੇ ਜਿਸ ਦਿਨ ਸਮਝ ਪੈ ਗਈ, ਫਿਰ ਸੱਚੀ ਆਰਤੀ ਕੀ ਹੋਏਗੀ, ਸੱਚੀ ਰੱਬ ਦੀ ਪੂਜਾ ਕੀ ਹੈ। ਜੋ ਤਿਸ ਭਾਵੈ ਸੋ ਆਰਤੀ ਹੋਏ। ਮਾਲਕ ਜੀ ਦੀ ਰਜ਼ਾ ਵਿੱਚ ਚੱਲਣਾ, ਜੋ ਵਾਹਿਗੁਰੂ ਨੂੰ ਭਾਉਂਦਾ ਉਹਨੂੰ ਚੰਗਾ ਮੰਨ ਲੈਣਾ, ਇਹ ਪ੍ਰਮਾਤਮਾ ਦੀ ਸੱਚੀ ਪੂਜਾ ਹੈ, ਇਹੀ ਆਰਤੀ ਹੈ। ਹੁਣ ਬੰਦਾ ਬਾਹਰੋਂ ਤਾਂ ਥਾਲ ਘੁਮਾ ਰਿਹਾ ਹੈ ਆਰਤੀ ਵਾਸਤੇ, ਦੀਵੇ ਜਗਾ ਕੇ ਆਰਤੀਆਂ ਉਤਾਰਿਆ, ਮੈਂ ਜੀ ਆਪਣੇ ਰੱਬ ਦੀ ਆਰਤੀ ਉਤਾਰਿਆ, ਮੈਂ ਆਪਣੇ ਰੱਬ ਦੀ ਪੂਜਾ ਕਰ ਰਿਹਾ ਹਾਂ। ਪਰ ਜ਼ਿੰਦਗੀ 'ਚ ਕੋਈ ਦੁੱਖ ਆ ਜਾਏ ਫਿਰ ਕਹਿੰਦਾ ਰੱਬ ਨੇ ਬੁਰਾ ਕਰ ਦਿੱਤਾ, ਕੋਈ ਥੋੜ੍ਹੀ ਬਹੁਤੀ ਤਕਲੀਫ ਆ ਜਾਏ ਫਿਰ ਰੱਬ ਨੂੰ ਉਲਾਮੇ ਦੇਣ ਲੱਗ ਪੈਂਦਾ। ਵੈਸੇ ਆਰਤੀਆਂ ਵੀ ਘੁਮਾ ਰਿਹਾ ਹੈ ਤੇ ਅੱਗੇ ਮੱਥਾ ਵੀ ਟੇਕ ਰਿਹਾ ਹੈ ਜਿਹਨੂੰ ਆਪਣਾ ਰੱਬ ਮੰਨਦੇ ਆ। ਤੇ ਪਰ ਜਦੋਂ ਉਹਦੀ ਕੋਈ ਰਜਾ ਹੁੰਦੀ ਹੈ, ਕੋਈ ਸੁੱਖ ਦੁੱਖ ਹੁੰਦਾ ਉਹਦੀ ਰਜਾ ਵਿੱਚ, ਉਦੋਂ ਬੰਦਾ ਉਲਾਮੇ ਦੇਣ ਲੱਗ ਪੈਂਦਾ, ਫਿਰ ਉਹਦੀ ਰਜਾ ਨਹੀਂ ਮੰਨਦਾ, ਉਹਦਾ ਭਾਣਾ ਨਹੀਂ ਮੰਨਦਾ। ਤੇ ਸਾਹਿਬ ਜੀ ਨੇ ਕਿਹਾ, ਰੱਬ ਦੀ ਸੱਚੀ ਆਰਤੀ ਕੀ ਹੈ, ਜੋ ਤਿਸ ਭਾਵ ਹੈ, ਜੋ ਉਹਨੂੰ ਭਾਉਂਦਾ ਉਹ ਚੰਗਾ ਲੱਗਣ ਲੱਗ ਪਵੇ। ਜਿਹੜਾ ਪ੍ਰਮਾਤਮਾ ਜੀ ਨੂੰ ਚੰਗਾ ਲੱਗਦਾ ਹੈ, ਕਿਉਂਕਿ ਗੁਰੂ ਕੀ ਬਾਣੀ ਦਾ ਇੱਕ ਹੋਰ ਬੜਾ ਪਿਆਰਾ ਵਚਨ ਹੈ, ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ। ਉਹੀ ਸਿੱਖ ਗੁਰੂ का ਪਿਆਰਾ ਹੈ, ਉਹੀ ਮਿੱਤਰ ਹੈ। ਕੌਣ? ਸਾਹਿਬ ਨੇ ਕਿਹਾ, ਜੇ ਗੁਰ ਕੇ ਭਾਣੇ ਵਿੱਚ ਆਵੇ, ਜਿਹੜਾ ਗੁਰੂ ਕੀ ਰਜਾ ਵਿੱਚ ਆ ਜਾਏ, ਜਿਹੜਾ ਰਜਾ ਤੋਂ ਬਗੈਰ ਚੱਲਦਾ ਹੈ। ਕਿਉਂਕਿ ਹੁਕਮ ਤਾਂ ਸਾਰਿਆਂ ਵਾਸਤੇ ਹੀ ਹੈ, ਹੁਕਮ ਸਾਰਿਆਂ ਨੂੰ ਹੀ ਮੰਨਣਾ ਪੈਂਦਾ, ਭਾਵੇਂ ਕੋਈ ਰੋਕ ਕੇ ਮੰਨ ਲਵੇ, ਭਾਵੇਂ ਹੱਸ ਕੇ ਮੰਨ ਲਵੇ, ਮੰਨਣਾ ਸਾਰਿਆਂ ਨੂੰ ਹੀ ਪੈਂਦਾ। ਜਿਹੜਾ ਰੱਬੀ ਹੁਕਮ ਹੈ ਉਹਨੂੰ ਕੋਈ ਨਹੀਂ ਟਾਲ ਸਕਦਾ, ਉਹ ਨਾਸਤਕ ਵੀ ਨਹੀਂ ਉਹਨੂੰ ਟਾਲ ਸਕਦਾ ਤੇ ਆਸਤਕ ਵੀ ਨਹੀਂ ਟਾਲ ਸਕਦਾ। ਰੱਬੀ ਹੁਕਮ ਤੋਂ ਅਸੀਂ ਮੁੱਖ ਨਹੀਂ ਮੋੜ ਸਕਦੇ, ਪਰ ਇਹ ਵਖਰੇਵਾ ਪੈ ਜਾਂਦਾ, ਕੋਈ ਹੱਸ ਕੇ ਮੰਨਦਾ ਤੇ ਕੋਈ ਰੱਬ ਨੂੰ ਉਲਾਮੇ ਦੇ ਕੇ ਮੰਨਦਾ। ਚੱਲਣਾ ਹੁਕਮ ਵਿੱਚ ਹੀ ਪੈਂਦਾ, ਹੁਕਮ ਤੋਂ ਬਾਹਰ ਨਹੀਂ ਅਸੀਂ ਜਾ ਸਕਦੇ। ਪਰ ਜਿਹੜੇ ਪ੍ਰੇਮ ਨਾਲ ਮੰਨ ਲੈਂਦੇ ਨੇ ਉਹਨਾਂ ਦਾ ਭਲਾ ਹੈ, ਉਹ ਰਜਾ ਵਿੱਚ ਚੱਲਦੇ ਨੇ, ਉਹੀ ਰੱਬ ਦੀ ਸੱਚੀ ਪੂਜਾ ਹੈ। ਰੱਬ ਦੀ ਰਜਾ ਵਿੱਚ ਰਾਜੀ ਰਹਿਣਾ, ਜੋ ਤਿਸ ਭਾਵ ਹੈ ਸੋ ਆਰਤੀ ਹੋਏ, ਉਹੀ ਆਰਤੀ ਹੈ, ਉਹੀ ਮਾਲਕ ਜੀ ਦੀ ਸੱਚੀ ਪੂਜਾ ਹੈ। ਜੇ ਬੰਦਾ ਬਾਹਰਲੀਆਂ ਪੂਜਾਵਾਂ ਬਹੁਤ ਕਰਦਾ ਹੈ, ਬਾਹਰੋਂ ਬਹੁਤਾ ਸਤਿਕਾਰ ਕਰਦਾ ਹੈ, ਪਰ ਆਪਣੇ ਮਾਲਕ ਦੀ ਰਜਾ ਵਿੱਚ ਨਹੀਂ ਚੱਲਦਾ, ਉਹ ਸੱਚੀ ਆਰਤੀ ਨਹੀਂ ਕਰ ਰਿਹਾ। ਤੇ ਸਾਹਿਬ ਜੀ ਕਹਿੰਦੇ ਨੇ, ਮੈਂ ਆਰਤੀ ਕਰ ਰਿਹਾ, ਕੈਸੀ ਆਰਤੀ ਹੋਏ, ਭਵ ਖੰਡਣਾ ਤੇਰੀ ਆਰਤੀ ਹੈ। ਵਾਹਿਗੁਰੂ ਜੀ, ਕਿੱਡੀ ਪਿਆਰੀ ਤੇਰੀ ਆਰਤੀ ਹੋ ਰਹੀ ਹੈ, ਸਾਰੀ ਕਾਇਨਾਤ ਲੱਗੀ ਪਈ ਹੈ ਤੇਰੀ ਆਰਤੀ ਉਤਾਰਨ ਵਿੱਚ, ਸਾਰਾ ਬ੍ਰਹਿਮੰਡ ਲੱਗਿਆ ਹੋਇਆ ਹੈ, ਹਰੇਕ ਚੀਜ਼ ਆਪਣਾ ਆਪਾ ਤੇਰੇ ਅੱਗੇ ਸਮਰਪਣ ਕਰ ਰਹੀ ਹੈ। ਜਦੋਂ ਅਸੀਂ ਗੁਰੂ ਕੀ ਬਾਣੀ ਦੇ ਹੋਰ ਬੜੇ ਪਿਆਰੇ ਬਚਨ ਪੜ੍ਹਦੇ ਹਾਂ, ਰੱਬ ਦੇ ਪ੍ਰੇਮ ਵਿੱਚ, ਰੱਬ ਦੇ ਭੈ ਵਿੱਚ ਸਾਰੀ ਕਾਇਨਾਤ ਚੱਲਦੀ ਹੈ। ਤੇ ਸਾਹਿਬ ਕਹਿੰਦੇ, ਬੰਦਿਆ ਤੇਰਾ ਮਨ ਹੈ ਜਿਹੜਾ ਰੱਬ ਦੇ ਪ੍ਰੇਮ ਵਿੱਚ ਨਹੀਂ ਚੱਲਦਾ। ਬਚਨ ਪੜ੍ਹਦੇ ਆ, ਭੈ ਵਿੱਚ ਪਵਨ ਬਹਿ ਸਦਵਾਓ, ਭੈ ਵਿੱਚ ਚੱਲੈ ਲਖ ਦਰਿਆਓ, ਭੈ ਵਿੱਚ ਅਗਨ ਕੱਢੇ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤ ਨਾ ਅੰਤ। ਅਖੀਰ ਤੇ ਬਚਨ ਕਹਿ ਦਿੱਤਾ, ਸਗਲਿਆ ਭਉ ਲਿਖਿਆ ਸਿਰਲੇਖ। ਸਾਰੇ ਉਹਦੇ ਭੈ ਵਿੱਚ ਨੇ, ਉਹਦੇ ਪ੍ਰੇਮ ਵਿੱਚ ਹੀ ਨੇ, ਉਹਦੇ ਹੁਕਮ ਵਿੱਚ ਹੀ ਚੱਲਦੇ ਨੇ, ਉਸੇ ਦੇ ਅੱਗੇ ਸਮਰਪਣ ਨੇ ਸਾਰੇ। ਸਗਲਿਆ ਭਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸਚ ਏਕ। ਜਿਹੜਾ ਭੈ ਤੋਂ ਰਹਿਤ ਹੈ, ਕਿਸੇ ਡਰ ਤੋਂ ਰਹਿਤ ਹੈ, ਉਹ ਵਾਹਿਗੁਰੂ ਹੈ, ਉਹ ਪਰਮਾਤਮਾ ਹੈ। ਬਾਕੀ ਸਾਰੀ ਕਾਇਨਾਤ ਉਹਦੇ ਭੈ ਵਿੱਚ ਹੀ, ਉਹਦੇ ਹੁਕਮ ਵਿੱਚ ਹੈ। ਹੁਣ ਉਹਦੀ ਰਜਾ ਵਿੱਚ ਕਿੰਨਾ ਚੱਲਦੀ ਹੈ ਸਾਰੀ ਕਾਇਨਾਤ। ਸੂਰਜ, ਚੰਦਰਮਾ, ਤਾਰੇ
कदे भी आपां ये नहीं सुनिया जी अज सूरज चढ़न तो लेट हो गया, अज सूरज टाइम ते नहीं चढ़िया, अज चंद्रमा जी दूसरे पास्यों चढ़ आया। रब ने इन्ने प्रेम विच ने, उहदी आरती विच इन्ने को मगन होए पे ने, जिहड़ी उन्हां दी ड्यूटी है बिल्कुल उस ड्यूटी नूं पूरी तरह निभा रहे हैं। हवा ने कदे छुट्टी नहीं मंगी अज तक। हवा ने यह नहीं कहा जी मैं तो बहुत सदियां हो गई, हवा कहती होवे चल रही हाँ तो कुछ दिनों की मैनू भी छुट्टी दे दो। पता है हवा एक पल वास्ते रोके विनाश हो जाएगा। हवा भी उहदे हुक्म में चल रही है, उहदी आरती कर रही है, चौर कर रही है, निरंतर करी जा रही है, हर वेले करी जा रही है। इस करके साहब कहते वाहिगुरू जी किड्डी तेरी प्यारी आरती है, सारी कायनात निरंतर चल रही है तेरे हुक्म विच, तेरी आरती विच। ते साडे वास्ते आरती की है? तेरी रजा विच चलना ही तेरी सब तो वड्डी आरती है। तेरे हुक्म में चलना, हुक्म रजाई चलना। आप बचन पढ़ते हैं हुक्म दे विच रजा विच चलना, नानक लिखिया नाल। जिहड़े हुक्म में चलते हैं वही वाहिगुरू के दर ते प्रवान होंदे ते साहब जी फिर कृपा करते ने। हर चरण कमल मकरंद लोभित मनो, आन दिनो मोहे आही प्यासा। हर चरण कमल मकरंद लोभित मनो, परमात्मा जी दे वाहिगुरू जी दे कमला रूपी जिहड़े चरण हैं। परमात्मा जी दे चरण की ने? परमात्मा जी दे चरण, परमात्मा जी का शब्द है, नाम है। ते साहब जी कहते वाहिगुरू जी तेरे चरना रूपी जिहड़े कमल फुल है, इहदे सहद विच मेरा मन जिहड़ा है पूरी तरह लुभाएमान हो गया। जिमें भौरा है फुलों की सुगंधी ते लुभाएमान हो जाता है, उस सुगंधी नूं माणदा है, रस पींदा है। ते साहब जी कहते मेरा मन हे वाहिगुरू जी तेरे चरणों का भौरा बन के तेरे चरणों के रास्ते लुभाएमान हो गया, लोभित हो गया, बिल्कुल मगन हो गया। अन दिनो मोहे आही प्यासा, रात दिन तेरे दर्शनां का प्यासा हाँ। कृपा जल देहे नानक सारिंग को, होए जाते तेरे नाम वासा। अखीर ते बेनती करते ने हे वाहिगुरू जी इस नानक पपीहे नूं अपनी कृपा का पानी देवो। किरपा जल दे नानक सारंग को, सारंग कहते ने पपीहे नूं, जिन्हों आपां किसी इलाके विच बबीहा भी कहते हैं, किते पपीहा भी कहा जाता है। जिहड़ा पपीहा है ये जिस वेले बरखा ना हो रही होवे गर्मी की रुत्ते ये मीह मंगदा है, बड़ी आवाज़ करता है, बड़ा उच्ची उच्ची कुरलाउंदा है। ते सियाणियां कोलों जदों बच्चे पुछदे सन ये किहड़ा जीव बोल रहा है, ते सियाणे दसदे ने ये बबीहा बोलदा है ते ये पानी मंगदा है, ये मीह मंग रहा है। उहदे अंदर पानी दे वास्ते, मीह वास्ते बहुत ज़्यादा तड़फ हुंदी है। इसे करके उहदे अंदरली तड़फ नूं बयान करन वास्ते गुरु ने बाणी विच बबीहे का बहुत जगह ते जिक्र किया है। आप बचन पढ़ते हैं बबीहा अमृत वेले बोलिया तां दर सुनी पुकार, मेघे नो फरमान हुआ बरसो कृपा धार। बबीहे दे वास्ते गुरु साहब ने उदाहरण बबीहे दी दिती, पर उहदे अंदरली तड़फ नूं बयान किया। कहते किते तेरे अंदर भी वाहिगुरू दे प्रेम की इन्नी तड़फ होवे, इन्ना प्रेम तेरे अंदर भी होवे, तू भी पुकार करें वाहिगुरू जी अपने दर्शनां दी प्यास दिओ। ते गुरु साहब इत्थे भी कृपा करते हैं, कृपा जल देहे नानक सारंग को, हे वाहिगुरू जी इस पपीहे नानक नूं अपनी कृपा का पानी दिओ। जाते होए जाते तेरे नाम वासा, तां जो मेरे हिरदे विच तेरे नाम का सदा ही वास्ते वासा हो जाए, मैं तेरे नाम विच जुड़िया रहा, क्योंकि तेरी एडी प्यारी आरती समुची कायनात कर रही है। हरेक जीव तेरी आरती विच जुड़िया होया है, किते मैं भी तेरी आरती उतारन लग पवां, किते सचमुच मेरा मन भी तेरी हो रही आरती विच शामिल हो सके। क्योंकि आरती कोई विशेष रूप में नहीं करने वास्ते गुरु साहब ने कहा आरती निरंतर चल ही रही है, अज तो नहीं चल रही,
सदियां तो चल रही है, क्योंकि कायनात कर रही है, समुचा ब्रह्मंड वाहिगुरू जी की आरती उतारे है। बस असीं उहदे विच शामिल होना है। शामिल होने का भाव है उहदी रजा विच चलना, उहदे हुक्म विच चलना है, उहदी रजा नूं सत करके जानना ही, उहदी आरती विच शामिल होना है। दोहरा इस प्रकार की आरती नित उतार करतार, मन को रोक जो करत इयो फिर ना पाए संसार। गुरु साहब कहते इस तरह जी मैं तुहानू शब्द राही समझाया भाई, असीं ये आरती करते हैं तो तुसीं भी इस तरह की आरती करया करो। हुण मंदिरां विच तां अज भी आरती उस तरह ही हुंदी है, पर गुरु ने सिख नूं मत दे दित्ती, तैनूं इस तरह थालां विच दीवे जगा के आरती करन दी लोड़ नहीं, तैनूं इस तरह मोती रख के जां फुल रख के अपने इष्ट की आरती करन दी लोड़ नहीं। तैनूं जरूरत है परमात्मा जी की निरंतर हो रही आरती विच तू शामिल होवे। ते साहब जी कहंदे जदों कोई रब की इस तरह की आरती करदा है, मन नूं बुरे पास्यों रोक के काबू विच करदा है, वो फिर संसार विच जम्मण मरण विच नहीं पैंदा। चौपई सुन कर पंडे बंधन करही, महापुरखे बचन उचरही। जदों गुरु के बड़े प्यारे वचन उन्होंने सुने, क्योंकि एडी वड्डी आरती है जिन्हों दुनिया की कोई भी शक्ति झुठला नहीं सकती, चाहे साइंस है, चाहे उपदेश ने कोई भी होवे, क्योंकि ये समुचे ब्रह्मांड की आरती की गल गुरु साहब ने की। जो इन्हों दे विच भी गुरु साहब के ये शब्द जिहड़े ने ये पढ़े गए, क्योंकि गुरु साहब की रब्बी बाणी जिहड़ी है समुचे ब्रह्मांड की गल करती है, समुची कायनात की गल करती है। ये एक सीमित थां की नहीं जिहड़ी आरती गुरु साहब ने उचारी है। किसी अंग्रेज विद्वान ने भी शब्द लिखे ने, जिस वेले दुनिया नूं समझ आ जाएगी, सच की समझ आ जाएगी, वो गुरु नानक की आरती गाएगा। क्यों? क्योंकि गुरु नानक साहब की आरती समुचे विश्व की है, समुचे ब्रह्मांड की है। इस करके हुण जदों गुरु साहब के बचन उन्होंने पंडितां ने जगन्नाथपुरी के जिहड़े मंदिर के पंडित हैं, उन्होंने गुरु साहब के बचन सुने, हाथ जोड़ लै, हाथ जोड़ के कह लगे महापुरख ये बचन उचरही। कहते ये तो बड़े महापुरख ने, गुरु नानक साहब महाराज नूं कहते ये बड़े महापुरख ने जिन्हां कोले इन्नी ज़्यादा मत है। एह सत सब इनको कहनो, मन इस्तर एक छिन ना रहनो। कह लगे महापुरखो तुहाडा क्या होया एक एक वचन सच है। जिस तरह की आरती तुसीं दसी है, ये आरती तो सचमुच ही बड़ी विशाल है। असीं तो एक थाल विच जे दीवे जगा के सोच रहे सी बहुत वड्डी आरती कर रहे हैं, पर जिस आरती की गल तुसीं कीती है, इस आरती के तो मुकाबले की आरती दुनिया विच इस धरती ते किते भी नहीं हो सकती। जिहड़ी आरती रब दी हो रही है, पर कहण लगे जी ये भी वचन तुहाडे सच ने कि साडा मन एक पल भी आरती विच नहीं सी टिकिया। दोए दिवस तै राखियो डेरा, बहुरे गमने होत सवेरा। सतगुरां ने इन्हां नूं समझाया, प्यारिओ तुसीं भी नाम विच चित जोड़ो, रब दी हो रही आरती विच शामिल होवो, दी रजा विच चलो। 2 दिन गुरु साहब जी इत्थे रुके रहे जगन्नाथपुरी विखे, ते इत्थों सतगुरां ने फिर अगले सफर वल तुरना कीता है। कितक दूर के सागर तीरा, आत तुरंको उछरत नीरा। इत्थों चल के जगन्नाथपुरी का जिहड़ा मंदिर है, क्योंकि अगे समुंदर के किनारे ते ये मंदिर है। गुरु साहब जी हुण समुंदर के किनारे ते चले गए ने, जिथे समुंदर के विचों सागर विचों पानी दी बहुत उच्चियां उच्चियां लहरां उछल रही ने। पुन तट बैठे किरपा निधाना, गावण लगा शब्द मरदाना। गुरु नानक साहब महाराज जी सागर के समुंदर के किनारे ते बैठ गए ने, पानी दियां लहरां आ रही ने। गुरु साहब जी ने इशारा किया भाई मरदाना जियां नूं, उन्हां रवाब बजाउणी आरंभ कर दी है। रब्बी बाणी का कीर्तन होण लग पिया, शब्द गाउण लग पे ने। ऊंची सुरसो और हर खायो,
ਅਦਕ ਮਨੋਜ ਰਵਾਵ ਬਜਾਇਓ। ਭਾਈ ਮਰਦਾਨਾ ਜੀ ਜਦੋਂ ਗਾਉਂਦੇ ਹਨ ਬਹੁਤ ਪ੍ਰੇਮ ਵਿੱਚ ਗਾਉਂਦੇ ਨੇ, ਕਿਉਂਕਿ ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨਾਲ ਬੈਠੇ ਨੇ। ਜਿਹੜੀ ਬਾਣੀ ਨੂੰ ਸੁਣ ਕੇ, ਜਿਸ ਕੀਰਤਨ ਨੂੰ ਸੁਣ ਕੇ ਅੱਜ ਵੀ ਬੰਦੇ ਦੇ ਹਿਰਦੇ ਨੂੰ ਸ਼ਾਂਤੀ ਆਉਂਦੀ ਹੈ, ਜਦੋਂ ਗੁਰੂ ਸਾਹਿਬ ਜੀ ਗਾਉਂਦੇ ਹੋਣਗੇ ਉਸ ਵੇਲੇ ਤਾਂ ਉਹ ਆਨੰਦ ਹੀ ਵੱਖਰਾ ਹੋਏਗਾ। ਭਾਈ ਮਰਦਾਨਾ ਜੀ ਨੇ ਜਦੋਂ ਪ੍ਰਸੰਨ ਹੋ ਕੇ ਬੜੀ ਉੱਚੀ ਆਵਾਜ਼ ਵਿੱਚ, ਉੱਚੀ ਸੁਰ ਵਿੱਚ ਸ਼ਬਦ ਦਾ ਗਾਇਨ ਕੀਤਾ ਹੈ, ਬਹੁਤ ਪ੍ਰੇਮ ਨਾਲ ਰਵਾਬ ਨੂੰ ਵਜਾਇਆ ਹੈ। ਦੋਹਰਾ ਇੱਕ ਮਿਰਤਕ ਮਾਨਵ ਪਰਾ ਬ੍ਰਿਕ ਖਾਨ ਤਹਿ ਆਏ। ਅਦਕ ਛੁਦਾ ਜਿਹ ਕੋ ਲਕੀ ਚੂਮਿਓ ਮਸਤਕ ਜਾਏ। ਸਮੁੰਦਰ ਦੇ ਕਿਨਾਰੇ ਤੇ ਥੋੜੀ ਦੂਰ ਹੀ ਇੱਕ ਮਿਰਤਕ ਪ੍ਰਾਣੀ ਦੀ ਦੇਹ ਪਈ ਹੈ। ਇੱਕ ਸਰੀਰ ਪਿਆ ਹੈ, ਮਰਿਆ ਹੋਇਆ ਕੋਈ ਮਨੁੱਖ ਹੈ। ਹੁਣ ਜਿੱਥੇ ਕੋਈ ਲਾਸ਼ ਪਈ ਹੋਵੇ, ਕੋਈ ਜਾਨਵਰ ਉਹਨੂੰ ਖਾਣ ਵਾਸਤੇ ਆ ਜਾਂਦੇ। ਇੱਕ ਜਿਸ ਪਾਸੇ ਝਾੜੀਆਂ ਵਗੈਰਾ ਹਨ, ਦਰਖਤ ਉੱਗੇ ਹੋਏ ਨੇ, ਉਸ ਪਾਸੇ ਇੱਕ ਬਘਿਆੜ ਜਿਹੜਾ ਹੈ ਉਹ ਉਹਦੀ ਦੁਰਗੰਧੀ ਨੂੰ ਮਹਿਸੂਸ ਕਰਕੇ ਉਸ ਪਾਸੇ ਆ ਨਿਕਲਿਆ ਹੈ ਤੇ ਉਹਨੂੰ ਬੜੀ ਭੁੱਖ ਲੱਗੀ ਜਾਪ ਰਹੀ ਹੈ। ਚੌਪਈ ਨੈ ਖਾਇਓ ਹਟ ਕਰ ਸੋ ਗਇਓ, ਦੂਰ ਜਾਏ ਪੁਨਿਆਵਤ ਭਇਓ। ਉਸ ਬਘਿਆੜ ਨੇ, ਕਿਉਂਕਿ ਮਾਸ ਖਾਣ ਵਾਲਾ ਜੀਵ ਹੈ, ਉਹਨੇ ਆ ਕੇ ਉਸ ਮਿਰਤਕ ਸਰੀਰ ਨੂੰ ਸੁੰਘਣਾ ਕੀਤਾ ਹੈ। ਸੁੰਘ ਕੇ ਉਹਨੂੰ ਖਾਧਾ ਨਹੀਂ, ਪਿਛਾਂ ਚਲਾ ਗਿਆ, ਕੁਝ ਦੂਰੀ ਤੇ ਗਿਆ। ਦੂਰ ਜਾਏ ਪੁਨਿਆਵਤ ਭਇਓ, ਥੋੜੀ ਦੂਰ ਗਿਆ, ਫਿਰ ਵਾਪਸ ਆ ਕੇ ਉਹਦੇ ਸਰੀਰ ਦੇ ਕੋਲ ਆ ਪਹੁੰਚਿਆ। ਪਗ ਕਰ ਔਰ ਸੂੰਗਾ ਤੇ ਸਾਰਾ, ਬਿਨ ਖਾਏਗਾ ਬਨੇ ਮਝਾਰਾ। ਫਿਰ ਉਹਨੇ ਆ ਕੇ ਉਸ ਮਨੁੱਖ ਦੇ, ਉਸ ਮਰੇ ਹੋਏ ਪ੍ਰਾਣੀ ਦੇ ਪੈਰ ਸੁੰਘੇ, ਹੱਥਾਂ ਨੂੰ ਸੁੰਘਦਾ ਹੈ, ਛਾਤੀ ਨੂੰ ਸੁੰਘ ਰਿਹਾ ਹੈ। ਉਹਦੇ ਮਨ ਵਿੱਚ ਤਾਂ ਹੈ, ਇਸ ਤਰ੍ਹਾਂ ਜਾਪਦਾ ਇਹਨੂੰ ਖਾਣਾ ਚਾਹੁੰਦਾ ਇਸ ਸਰੀਰ ਨੂੰ, ਮਿਰਤਕ ਸਰੀਰ ਨੂੰ, ਪਰ ਉਹਨੂੰ ਸੁੰਘ ਕੇ ਵਾਪਸ ਚਲਾ ਗਿਆ। ਉਹਨੂੰ ਫਿਰ ਵੀ ਖਾਧਾ ਨਾ। ਸ੍ਰੀ ਪ੍ਰਭ ਸੋ ਬੂਝਤ ਮਰਦਾਨਾ, ਮਿਰਤਕ ਕੋ ਬ੍ਰਿਕ ਕੀਨ ਨਾ ਖਾਨਾ। ਭਾਈ ਮਰਦਾਨਾ ਜੀ ਨੇ ਗੁਰੂ ਸਾਹਿਬ ਜੀ ਨੂੰ ਪੁੱਛਣਾ ਕੀਤਾ, ਸਤਿਗੁਰੂ ਜੀ ਉਹ ਸਾਹਮਣੇ ਜਿਹੜਾ ਮੁਰਦਾ ਪਿਆ ਹੈ, ਮਿਰਤਕ ਪ੍ਰਾਣੀ ਕੋਈ ਪਿਆ ਹੈ, ਮੈਂ ਵੇਖ ਰਿਹਾ ਹਾਂ, ਬਘਿਆੜ ਆਇਆ 2 ਵਾਰ, ਇਹਨੂੰ ਸੁੰਘ ਕੇ ਇੱਥੋਂ ਦੂਰ ਚਲਾ ਗਿਆ, ਇਹਨੂੰ ਖਾਣਾ ਕਿਉਂ ਨਹੀਂ ਕੀਤਾ? ਕਿਉਂਕਿ ਉਹਦਾ ਤਾਂ ਸੁਭਾਅ ਹੈ ਕਿ ਉਹਨੇ ਮਾਸ ਖਾਣਾ ਹੀ ਖਾਣਾ ਹੈ, ਪਰ ਇਸ ਬਘਿਆੜ ਨੇ ਇਹਨੂੰ ਖਾਣਾ ਕਿਉਂ ਨਹੀਂ ਕੀਤਾ? ਉਹ ਸੁੰਘ ਕੇ ਕਿਉਂ ਵਾਪਸ ਚਲਾ ਗਿਆ ਹੈ? ਸੂੰਘ ਹਟਿਓ ਕਿਉਂ ਕਹੀਐ ਸੁਆਮੀ, ਘਟ ਘਟ ਕੇ ਤੁਮ ਅੰਤਰ ਜਾਮੀ। ਭਾਈ ਮਰਦਾਨਾ ਜੀ ਕਹਿੰਦੇ, ਜੀ ਤੁਸੀਂ ਤਾਂ ਸਾਰੇ ਹਿਰਦੇ ਦੀਆਂ ਗੱਲਾਂ ਜਾਣਨ ਵਾਲੇ ਹੋ, ਅੰਤਰਜਾਮੀ ਹੋ। ਇਹ ਕੀ ਖੇਡ ਹੈ? ਕਿਉਂ ਨਹੀਂ ਉਹਨੇ ਖਾਧਾ? ਇਹਦੇ ਬਾਰੇ ਦੱਸਣਾ ਕਰੋ। ਸੁਣ ਮਰਦਾਨੇ ਸ਼ਬਦ ਸੁਗਾਇਓ, ਜਾਂ ਤੇਰੀ ਦਾ ਸੁਧ ਹਵੇ ਆਇਓ। ਸਤਿਗੁਰੂ ਜੀ ਕਹਿਣ ਲੱਗੇ, ਭਾਈ ਮਰਦਾਨਿਆ ਤੂੰ ਬਹੁਤ ਪ੍ਰੇਮ ਵਿੱਚ ਬੈਠ ਕੇ ਰੱਬੀ ਬਾਣੀ ਦਾ ਸ਼ਬਦ ਗਾਇਨ ਕੀਤਾ ਹੈ। ਜਿੱਥੇ ਵੀ ਰੱਬੀ ਬਾਣੀ ਦਾ ਸ਼ਬਦ ਗਾਇਨ ਹੁੰਦਾ ਹੈ, ਇਹ ਬਾਣੀ ਹਿਰਦਾ ਸੁੱਧ ਕਰ ਦਿੰਦੀ ਹੈ। ਗੁਰੂ ਸਾਹਿਬ ਕਹਿੰਦੇ, ਤੇਰੇ ਸ਼ਬਦ ਨੂੰ ਸੁਣ ਕੇ, ਬਾਣੀ ਨੂੰ ਸੁਣ ਕੇ ਇਸ ਬਘਿਆੜ ਦਾ ਹਿਰਦਾ ਵੀ ਸੁੱਧ ਹੋਇਆ ਹੈ। ਪਾਪ ਪੁੰਨ ਕੋ ਭਇਓ ਵਿਚਾਰਾ, ਪਖ ਅਭਖੈ ਲਖਿਓ ਆਹਾਰਾ। ਇਹਨੂੰ ਵੀ ਸਮਝ ਪੈ ਗਈ ਹੈ, ਕਿਉਂਕਿ ਬਾਣੀ ਨੇ ਇਹਦੇ ਹਿਰਦੇ ਤੇ ਅਸਰ ਕਰ ਦਿੱਤਾ ਹੈ। ਇਹਨੂੰ ਸਮਝ ਪੈ ਗਈ ਹੈ ਕਿਹੜਾ ਭੋਜਨ ਛਕਣਾ ਹੈ ਤੇ ਕਿਹੜਾ ਨਹੀਂ ਛਕਣਾ। ਦੋਹਰਾ ਮਿਰਤਕ ਬੇਮੁਖ ਨਾਮ ਤੇ, ਨਹਿ ਕੀਨੋ ਸਤ ਸੰਗ। ਆਂਖ ਨ ਦਰਸਿਓ ਸੰਤ ਕਬ, ਹਿਰਦੇ ਨ ਹਰਿ ਕੋ ਰੰਗ। ਗੁਰੂ ਸਾਹਿਬ ਕਹਿੰਦੇ, ਭਾਈ ਮਰਦਾਨਿਆ ਇਹ ਜਿਹੜਾ ਮੁਰਦਾ ਮਨੁੱਖ ਹੈ, ਇਹ ਨਾਮ ਤੋਂ, ਵਾਹਿਗੁਰੂ ਦੇ ਨਾਮ ਤੋਂ, ਵਾਹਿਗੁਰੂ ਦੇ ਪ੍ਰੇਮ ਤੋਂ ਬਿਲਕੁਲ ਬੇਮੁਖ ਸੀ। ਇਹਨੇ ਕਦੇ ਸਤ ਸੰਗਤ ਨਹੀਂ ਕੀਤਾ, ਅੱਖਾਂ ਦੇ ਨਾਲ ਇਹਨੇ ਕਦੇ ਰੱਬ ਦੇ ਪਿਆਰਿਆਂ ਦੇ ਕਦੇ ਦਰਸ਼ਨ ਨਹੀਂ ਕੀਤੇ, ਹੱਥਾਂ ਨਾਲ ਕਦੇ ਸੇਵਾ ਨਹੀਂ ਕੀਤੀ, ਪਰਮਾਤਮਾ ਜੀ ਦੇ ਨਾਮ ਨੂੰ ਕਦੇ ਹਿਰਦੇ ਵਿੱਚ ਯਾਦ ਵੀ ਨਹੀਂ ਕੀਤਾ।
ਚਉਪਈ। ਹਸਤਨ ਸੋ ਕਵ ਟਹਿਲ ਨ ਕੀਨੀ, ਹਰ ਜਸ ਧੁਨ ਸਰਵਣੈ ਨੈ ਚੀਨੀ। ਸਤਿਗੁਰੂ ਕਹਿਣ ਲੱਗੇ ਨੇ ਹੱਥਾਂ ਨਾਲ ਕਿਸੇ ਦੀ ਸੇਵਾ ਨਹੀਂ ਕੀਤੀ, ਕੰਨਾਂ ਨਾਲ ਕਦੇ ਪ੍ਰਮਾਤਮਾ ਜੀ ਦਾ ਜਾਸੇ ਨੇ ਨਹੀਂ ਸੁਣਿਆ। ਜਾਣੇ ਸਵੇ ਅੰਗ ਅਪਵਿੱਤਰ, ਇਸ ਕਾਵਣ ਤੇ ਹੋਏ ਅਧੋਗਤ। ਗੁਰੂ ਸਾਹਿਬ ਕਹਿੰਦੇ ਉਸ ਬਘਿਆੜ ਨੇ ਇਹਨੂੰ ਸੁੰਘਿਆ, ਇਹਦੇ ਪੈਰਾਂ ਨੂੰ ਵੀ ਸੁੰਘਿਆ, ਇਹਦੇ ਪੈਰ ਵੀ ਅਪਵਿੱਤਰ ਸਨ, ਕਿਉਂਕਿ ਚੰਗੇ ਪਾਸੇ ਨੂੰ ਤੁਰਿਆ ਹੀ ਨਹੀਂ। ਇਹਦੇ ਹੱਥਾਂ ਨੂੰ ਵੀ ਸੁੰਘਿਆ, ਇਹਦੇ ਹੱਥਾਂ ਨੇ ਕਿਉਂਕਿ ਕਦੇ ਸੇਵਾ ਹੀ ਨਹੀਂ ਕੀਤੀ, ਇਸ ਕਰਕੇ ਹੱਥ ਵੀ ਅਪਵਿੱਤਰ ਸਨ। ਉਸ ਬਘਿਆੜ ਨੇ ਜਾਣ ਲਿਆ ਇਸ ਮਨੁੱਖ ਦਾ ਸਾਰਾ ਹੀ ਸਰੀਰ ਅਪਵਿੱਤਰ ਹੈ, ਤੇ ਇਹਨੂੰ ਖਾਣ ਨੂੰ ਖਾ ਕੇ ਤਾਂ ਮੇਰੇ ਵੀ ਜੀਵਨ ਵਿੱਚ ਵਿਕਾਰ ਹੀ ਆਵਣਗੇ। ਗੁਰੂ ਸਾਹਿਬ ਕਹਿੰਦੇ ਇਸ ਕਰਕੇ ਉਹਨੇ ਇਹਨੂੰ ਖਾਧਾ ਨਹੀਂ, ਸੁੰਘ ਕੇ ਪਿਛਾਂ ਹਟ ਗਿਆ। ਜਾ ਤੇ ਤਜਿਓ ਸੁਣੋ ਮਰਦਾਨਾ, ਬਿਨਾ ਨਾਮ ਕਵ ਨੈ ਕਲਿਆਣਾ। ਭਾਈ ਮਰਦਾਨਿਆ, ਉਸ ਬਘਿਆੜ ਨੂੰ ਵੀ ਸਮਝ ਆ ਗਈ ਇਸ ਮਨੁੱਖ ਨੇ ਤਾਂ ਦੇਹ ਹੀ ਪਵਿੱਤਰ ਨਹੀਂ ਕੀਤੀ, ਜੀਵਨ ਵਿੱਚ ਕਦੇ ਭਜਨ ਬੰਦਗੀ ਸੇਵਾ ਸਿਮਰਨ ਕੀਤਾ ਹੀ ਨਹੀਂ, ਤੇ ਇਸ ਕਰਕੇ ਉਹਨੇ ਇਸ ਵਿਕਾਰਾਂ ਭਰੇ ਹੋਏ ਸਰੀਰ ਨੂੰ ਖਾਣਾ ਨਹੀਂ ਕੀਤਾ। ਕਿਉਂਕਿ ਨਾਮ ਤੋਂ ਬਿਨਾਂ ਬੰਦੇ ਦਾ ਕਦੇ ਵੀ ਜੀਵਨ ਪਵਿੱਤਰ ਨਹੀਂ ਹੁੰਦਾ। ਗੁਰੂ ਕੀ ਬਾਣੀ ਦਾ ਵੀ ਬੜਾ ਪਿਆਰਾ ਵਚਨ ਹੈ, ਸਾਹਿਬ ਕਹਿੰਦੇ ਬਿਨ ਸੇਵਾ ਧ੍ਰਿਗ ਹੱਥ ਪੈਰ। ਸੇਵਾ ਤੋਂ ਬਿਨਾਂ ਹੱਥ ਪੈਰ ਤਿਰਕਾਰਨ ਦੇ ਯੋਗ ਨੇ, ਫਿਟਕਾਰਨ ਦੇ ਯੋਗ ਨੇ। ਬਿਨ ਸੇਵਾ ਧ੍ਰਿਗ ਹੱਥ ਪੈਰ, ਹੋਰ ਨਿਹਫਲ ਕਰਨੀ, ਬਾਕੀ ਤਾਂ ਸਾਰੇ ਕਰਮ ਨਿਹਫਲ ਨੇ, ਕਿਸੇ ਕੰਮ ਦੇ ਨਹੀਂ। ਜੇ ਸੇਵਾ ਸਿਮਰਨ ਨਹੀਂ ਕੀਤਾ, ਹੱਥ ਨਹੀਂ ਸਫਲੇ ਕੀਤੇ, ਰਸਨਾ ਨਹੀਂ ਸਫਲੀ ਕੀਤੀ ਪਰਮਾਤਮਾ ਜੀ ਦਾ ਗੁਣ ਗਾ ਕੇ। ਇਸੇ ਕਰਕੇ ਤਾਂ ਗੁਰੂ ਨੇ ਬਾਣੀ ਵਿੱਚ ਇਹ ਵੀ ਵਚਨ ਕਹੇ ਨੇ, ਕਹਿੰਦੇ ਜੇ ਸਾਡੀ ਰਸਨਾ ਪਰਮਾਤਮਾ ਜੀ ਦੇ ਗੁਣ ਨਹੀਂ ਗਾਉਂਦੀ, ਰਸਨਾ ਜਪੇ ਨਾ ਨਾਮ, ਤਿਲ ਤਿਲ ਕਰ ਕੱਟੀ ਹੈ। ਜੇ ਕੰਨ ਸਾਡਾ ਨਾਮ ਨਹੀਂ ਸੁਣਦੇ, ਕਰਨ ਨਾ ਸੁਣੀ ਨਾਦ ਕਰਨ ਮੁੰਦ ਘਾਲਿਆ। ਕਹਿੰਦੇ ਜੇ ਕੰਨ ਤੇਰੇ ਰੱਬ ਦਾ ਪਰਮਾਤਮਾ ਜੀ ਦਾ ਨਾਮ ਹੀ ਨਹੀਂ ਸੁਣਦੇ, ਰੱਬ ਦੀ ਬਾਣੀ ਨਹੀਂ ਸੁਣਦੇ, ਇਹਦੇ ਨਾਲੋਂ ਚੰਗਾ ਸੀ ਇਹ ਕੰਨਾਂ ਨੂੰ ਬੰਦ ਹੀ ਕਰ ਦਿੰਦੇ। ਜੇ ਰਸਨਾ ਸਾਡੀ ਜੀਵ ਰੱਬ ਜੀ ਦੇ ਗੁਣ ਨਹੀਂ ਗਾਉਂਦੀ, ਪ੍ਰਮਾਤਮਾ ਦੀ ਸਿਫਤ ਸਲਾਹ ਨਹੀਂ ਕਰਦੀ, ਗੁਰੂ ਸਾਹਿਬ ਕਹਿੰਦੇ ਤਿਲ ਤਿਲ ਕਰ ਕੱਟੀ ਹੈ, ਇਹਦੇ ਨਾਲੋਂ ਚੰਗਾ ਸੀ ਇਹਨੂੰ ਕੱਟ ਹੀ ਦਿੰਦੇ। ਜਿਹੜਾ ਜੀਵਨ ਵਾਹਿਗੁਰੂ ਪ੍ਰਮਾਤਮਾ ਜੀ ਦੇ ਚਰਨਾਂ ਵਿੱਚ ਸਮਰਪਣ ਹੀ ਨਹੀਂ ਹੋਇਆ, ਸੇਵਾ ਸਿਮਰਨ ਤੋਂ ਵਾਂਝਾ ਰਹਿ ਗਿਆ, ਉਹ ਬਿਲਕੁਲ ਨਿਹਫਲ ਹੈ ਤੇ ਅਪਵਿੱਤਰ ਹੈ। ਤੇ ਗੁਰੂ ਸਾਹਿਬ ਕਹਿੰਦੇ ਜਿਹੜਾ ਸਰੀਰ ਸਤ ਸੰਗਤ ਵਿੱਚ ਨਹੀਂ ਗਿਆ, ਨਿਹਫਲ ਨਰ ਸਰੀਰ ਹੈ ਸੋਈ, ਜਿਨ ਕਬਹੂ ਸਤ ਸੰਗ ਨਾ ਜੋਈ। ਉਹ ਸਰੀਰ ਬਿਲਕੁਲ ਵਿਕਾਰ ਹੈ ਜਿਹੜਾ ਸਤ ਸੰਗਤ ਵਿੱਚ ਨਹੀਂ ਗਿਆ। ਇਸ ਕਰਕੇ ਭਾਈ ਮਰਦਾਨਿਆ, ਇਸ ਬਘਿਆੜ ਨੂੰ ਵੀ ਸਮਝ ਪੈ ਗਈ ਕਿ ਇਸ ਮਨਮੁਖ ਬੰਦੇ ਦਾ ਜੀਵਨ ਤਿਰਕਾਰਨ ਦੇ ਯੋਗ ਹੈ, ਇਹ ਖਾਣ ਦੇ ਯੋਗ ਹੀ ਨਹੀਂ। ਤੇ ਗੁਰੂ ਸਾਹਿਬ ਜੀ ਕਹਿੰਦੇ ਇਸ ਕਰਕੇ ਉਸ ਬਘਿਆੜ ਨੇ ਇਸ ਮੁਰਦੇ ਨੂੰ ਨਹੀਂ ਖਾਧਾ ਭਾਈ, ਕਿਉਂਕਿ ਮਨੁੱਖ ਨਾਮ ਜਪਣ ਵਾਸਤੇ ਆਇਆ, ਜੇ ਨਾਮ ਹੀ ਨਹੀਂ ਜਪਿਆ, ਸੇਵਾ ਸਿਮਰਨ ਹੀ ਨਹੀਂ ਕੀਤਾ, ਫਿਰ ਵਾਹਿਗੁਰੂ ਜੀ ਦੇ ਚਰਨਾਂ ਦਾ ਪ੍ਰੇਮ ਨਹੀਂ ਬੰਦੇ ਨੂੰ ਮਿਲ ਸਕਦਾ। ਇਸ ਤਰ੍ਹਾਂ ਗੁਰੂ ਸਾਹਿਬ ਜੀ ਭਾਈ ਮਰਦਾਨਾ ਜੀ ਨਾਲ ਬਚਨ ਵਿਲਾਸ ਕਰ ਰਹੇ ਹਨ, ਨਾਲੇ ਸੱਚ ਦਾ ਉਪਦੇਸ਼ ਦੇ ਰਹੇ ਨੇ। ਜਗਨਨਾਥਪੁਰੀ ਦੇ ਪੰਡਤਾਂ ਨੂੰ ਗੁਰੂ ਸਾਹਿਬ ਨੇ ਸੱਚ ਦਾ ਉਪਦੇਸ਼ ਦੇ ਕੇ ਸੱਚੀ ਆਰਤੀ ਦੱਸੀ ਹੈ, ਕਿਹੜੀ ਆਰਤੀ ਤੈਨੂੰ ਕਰਨੀ ਚਾਹੀਦੀ ਹੈ। ਤੇ ਸੱਚੀ ਆਰਤੀ ਕੀ ਹੈ ਕਿ ਜੋ ਤਿਸ ਭਾਵੈ ਸੋ ਆਰਤੀ ਹੋਏ। ਤੇਰੀ ਰਜਾ ਵਿੱਚ ਚੱਲਣਾ ਹੀ ਤੇਰੀ ਆਰਤੀ ਹੈ, ਤੇਰੇ ਹੁਕਮ ਵਿੱਚ ਚੱਲਣਾ, ਤੇਰੇ ਭਾਣੇ ਵਿੱਚ ਚੱਲਣਾ ਹੀ ਤੇਰੀ ਆਰਤੀ ਹੈ, ਤੇਰੀ ਸੱਚੀ ਪੂਜਾ ਹੈ। ਗੁਰੂ ਸਾਹਿਬ ਜੀ ਨੇ ਸੱਚ ਦਾ ਉਪਦੇਸ਼ ਜਗਨਨਾਥਪੁਰੀ ਦੀ ਧਰਤੀ ਤੇ ਦਿੱਤਾ ਹੈ। ਆਓ ਅਗਲਾ ਪ੍ਰਸੰਗ ਆਪਾਂ ਕੱਲ ਦੇ ਦੀਵਾਨ ਵਿੱਚ ਸ਼ਰਵਣ ਕਰਾਂਗੇ ਜੀ। ਗੁਰੂ ਸਾਹਿਬ ਕਿਰਪਾ ਕਰਨ, ਰਹਿਮਤਾਂ ਕਰਨ, ਇਸੇ ਤਰ੍ਹਾਂ ਗੁਰੂ ਕੀ ਸੰਗਤ ਕਰਕੇ ਜੀਵਨ ਸਵਾਰਦੇ ਰਹੀਏ। ਹੋਈਆਂ ਭੁੱਲਾਂ ਦੀ ਖਿਮਾ ਪ੍ਰੇਮ ਸਹਿਤ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤਾਂ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਝੇ ਆਗੇ ਅਰਦਾਸ, ਮੈਂ ਹੋਰ ਥਾਉ ਨਹੀਂ ਵਿਚ ਪੈ ਕਰਾਂ ਬੇਨੰਤੀ, ਮੇਰਾ ਦੁੱਖ ਸੁਖ ਤੁਝੇ ਪਾਸੇ।
ਜਿਸਾ ਤੁਮੋ ਸਾਗਰ ਕੀ ਭਇਆ ਤੇ ਗੁਨਹਾਰੇ ਦਇਆ ਕਰੋ ਕਿਛ ਮੇਰੋ ਪਾਪੋ ਦੁਖ ਦੇ ਪੱਥਰ ਤਾਰੇ ਸਜਣ ਰਚਾ